ਜਾ ਵਾਲੇ ਉਹ ਸਾਰਿਆਂ ਬਿਹਤਰ ਨੇ। ਆਹ ਹੁਣ ਮਾਰ ਖਾਂਦੇ ਆ ਇਹਨਾਂ ਦੀ, ਸਾਨੂੰ ਪਤਾ ਇਹਦੇ ਕਿਸ ਤਰ੍ਹਾਂ ਪੈਸੇ ਲਾਣੇ ਨੇ, ਕੀ ਕਰਨਾ, ਕੀ ਹਿਸਾਬ ਕਿਤਾਬ ਹੈ, ਅਸੀਂ ਇਹ ਕਰ ਸਕਦੇ ਹਾਂ। ਤੇ ਜਿਹੜਾ ਨਵਾਂ ਬੰਦਾ ਉਹਦੇ ਵਾਸਤੇ ਜਿਹੜੀ ਨਹੀਂ ਇੱਕ ਵਾਰੀ ਖਿੱਚ ਪੈਂਦੀ ਉਹਦੇ ਦਿਲ ਨੂੰ, ਮੈਂ ਕੀ ਕਰਾਂਗਾ ਕੀ ਨਾ ਕਰਾਂਗਾ। ਨਿਰਦੋਸ਼ ਉਹ ਸਾਡਾ ਆਪਣਾ ਘਰ, ਦੁਕਾਨਾਂ ਨੇ ਆਪਣੀਆਂ ਸ਼ਹਿਰ, ਤੇ ਸਾਨੂੰ ਫਾਇਦਾ ਪਿਆ ਹੁੰਦਾ ਵਿੱਚ। बिस्मिल्लाहिर्रहमानिर्रहीम, अस्सलामुअलैकुम। फार्मिंग टिप्स में शाहिद अली अवान की जानिब से खुश आमदीद। नाजरीन, आज आपकी मुलाकात एक ऐसे शर्मीले किसान से करवाएंगे जिन्होंने नीले आसमान को अपनी छत बना लिया है और ज़मीन को अपना फ़र्श, और माशाल्लाह एक बड़ा डेयरी फार्म चला रहे हैं। तो वो सामने आके बात नहीं करना चाहते, तो चलें आपकी मुलाकात इनसे करवाते हैं और आप इनकी बातें आपको सुनवाते हैं। अस्सलाम वालेकुम। वालेकुम सलाम। भाईजान की हाल चाल है? ठीक ठाक, शुक्र अल्लाह भाई। माशाल्लाह। भाईजान केड़ा इलाका अपना? सियालकोट। अच्छा भाई, अज्जा मज्जां दा काम किन्ने अरसे तो कर रहे हो? सारे बच्चे हैं जो करन लगे हैं, बचपन तो ही कर रहे हो? तो किन्ने एक साल हो गए ने हुण? वो चलते ने कोई 15-16 साल। माशाल्लाह। अच्छा भाई, यह दसो कि जानवरां दी सेवा किस तरह करदे हो? की रूटीन रखी तुसीं जानवरां दी सेवा करन वास्ते? सर सवेरे उठने आ, जाना टाइम उठने आ ਤੇ ਧਾਰਾਂ ਸ਼ਾਰਾਂ ਕੱਢਨੇ ਆ। ਠੀਕ ਹੈ। ਤੇ ਪਾਣੀ ਛੱਡ 4 ਕੇ 10-11 ਵਜੇ ਖੋਦੇ ਦੀਆਂ ਬਾਹਰ। ਠੀਕ ਹੈ। ਤੇ ਉੱਥੋਂ ਲਿਆ ਦੀਆਂ ਕੋਈ 11-12 ਵਜੇ ਨਾਲ ਫਿਰ। ਠੀਕ ਹੈ। ਲਿਆ ਕੇ ਛੱਪੇ ਵਾੜੀ ਦੀਆਂ ਨੇ, ਪਾਣੀ ਛਾਣੀ ਪੀਂਦੀਆਂ ਨੇ। ਠੀਕ ਹੈ। ਤੇ ਫਿਰ ਬਾਹਰ ਲਾਈ ਦੀਆਂ 4-4:30 ਵਜੇ ਲਿਆ ਕੇ ਚਵਾਈ ਸ਼ੁਰੂ ਕਰੀ ਦੀ ਹੈ। ਠੀਕ ਹੈ। ਤੇ ਫਿਰ ਪਿਛਾਂ ਕਰਕੇ ਫਿਰ ਵਿਧ ਵੀ ਦੇ। ਮਾਸ਼ਾਅੱਲਾ। ਅੱਛਾ ਭਾਈ, ਕਿੰਨੇ ਜਾਨਵਰ ਰੱਖੇ ਜੇ? ਜਾਨਵਰ ਹੈ ਨਾ ਕੋਈ 50-60। ਛੋਟੇ ਵੱਡੇ ਪਾਕ ਜਾਂ ਮੱਝਾਂ ਸਿਰਫ? ਨਹੀਂ, ਮਈਆਂ ਤੇ ਗਾਈਆਂ ਗੂਈਆਂ? ਗਾਈਆਂ ਵੀ ਹਨ ਕੋਈ 17-18। ਤੇ ਅੱਛਾ, ਤੁਸੀਂ ਇਹਨਾਂ ਨੂੰ ਖੁੱਲੀ ਜਗ੍ਹਾ 'ਚ ਰੱਖਿਆ ਹੈ, ਕੋਈ ਮਸਲਾ ਮਸਾਇਲ ਤਾਂ ਨਹੀਂ ਪੇਸ਼ ਆਉਂਦਾ? ਨਹੀਂ ਸਰ, ਕੋਈ ਵੀ ਨਾ। ਖੁੱਲੀ ਜਗ੍ਹਾ 'ਤੇ ਰਹਿੰਦੀਆਂ ਨੇ? ਹਾਂਜੀ। ਰਾਤ ਨੂੰ ਵੀ ਤੇ ਦਿਨੇ ਵੀ। ਤੇ ਬਾਰਿਸ਼ਾਂ 'ਚ? ਬਾਰਿਸ਼ਾਂ 'ਚ ਵੀ ਬਾਹਰ। ਜ਼ਬਰਦਸਤ। ਤੇ ਇਹ ਕੋਈ ਟੈਨਸ਼ਨ ਨਹੀਂ ਲੈਂਦੀਆਂ ਬਾਰਿਸ਼ਾਂ 'ਚ ਬਾਹਰ? ਨਹੀਂ ਲੈਂਦੀਆਂ ਨੇ, ਜੇ ਠੰਡ ਹੋਏ ਤਾਂ ਫਿਰ ਅੰਦਰ ਕਰ ਲਈਦੀਆਂ ਨੇ। ਕੋਈ ਠੰਡ ਡੰਗਰ ਮਨਾਈਏ ਫਿਰ ਉਹ ਵਿਗਾੜੀ ਨਹੀਂ ਕਰਦਾ। ਠੀਕ ਹੈ। ਤਾਂ ਫਿਰ ਅੰਦਰ ਕਰਕੇ ਗੁੱਡ ਦਈਦਾ ਉਹਨੂੰ। ਠੀਕ ਹੈ। ਧਾਰਾ ਰੱਖਿਆ ਨਾਲ? ਜੀ। ਕਿੱਥੇ ਜੇ? ਇਹ ਸਾਹਮਣੇ ਧਾਰੇ ਤੁਹਾਡੇ ਨੇ? ਜੀ। ਜ਼ਬਰਦਸਤ। ਅੱਛਾ ਭਾਈ, ਇਹ ਦੱਸੋ ਕਿ ਇੰਨੇ ਜਾਨਵਰਾਂ ਨੂੰ ਸੰਭਾਲਣ ਵਾਸਤੇ ਇਹਦੇ ਛੋਟੇ ਵੱਡੇ ਗਾਈਆਂ ਵਿੱਚ ਸ਼ਾਮਲ ਕਰ ਲਈਏ, ਟੋਟਲ ਕਿੰਨੇ ਬਣ ਗਏ? ਬਣ ਜਾਂਦੇ ਕੋਈ 70-80 ਸਾਰੇ ਟੋਟਲ। ਕਿੰਨੇ ਬੰਦਿਆਂ ਨਾਲ ਸੰਭਾਲ ਸਕਦੇ? ਸੰਭਾਲਣ ਨੂੰ 8-9 ਜਣੇ ਹੋਣ ਤਾਂ ਫਿਰ ਸਾਰੇ ਡੰਗਰ ਜੇ ਸੰਭਾਲ ਸਕਦੇ। 8-9 ਜੀ? ਯਾਨੀ ਫੀ ਬੰਦਾ 8-10 ਜਾਨਵਰ ਆ ਗਏ? ਹਾਂਜੀ। ਯਾਨੀ ਇੱਕ ਬੰਦਾ ਜ਼ਿਆਦਾ ਤੋਂ ਜ਼ਿਆਦਾ 10 ਜਾਨਵਰ ਸੰਭਾਲ ਸਕਦਾ? ਜੀ। ਜ਼ਬਰਦਸਤ। ਅੱਛਾ ਭਾਈ, ਇਹਨਾਂ 'ਚ ਦੁੱਧ ਦੇਣ ਵਾਲੇ ਜਾਨਵਰ ਕਿੰਨੇ ਨੇ? ਸਾਰੇ ਇਹਨਾਂ 'ਚ ਦੁੱਧ ਦੇਣ ਵਾਲੇ ਹਨ ਕੋਈ 50 ਕੁ। ਅਤੇ ਕਿੰਨਾ ਕੁ ਮਾਸ਼ਾਅੱਲਾ ਦੁੱਧ ਮਿਲ ਜਾਂਦਾ? ਦੁੱਧ ਹੋ ਜਾਂਦਾ ਕੋਈ 4 ਮਣ, 4-5 ਮਣ, 6 ਮਣ ਇੱਕ ਟਾਈਮ ਦਾ ਹੀ? ਦੋਵਾਂ ਟਾਈਮ। ਤੇ ਜਾਨਵਰ ਕਿਹੜੀ ਜਿਹੜਾ ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਦੁੱਧ ਦਿੰਦਾ ਉਹ ਕਿੰਨਾ ਕੁ ਦੁੱਧ ਦਿੰਦਾ? 10 ਕਿਲੋ, 8 ਕਿਲੋ। ਕਿਹੜੀ ਨਸਲ ਦਾ ਹੁੰਦਾ ਤੁਹਾਡੇ ਕੋਲ ਆਮ ਤੌਰ 'ਤੇ? ਕਿਹੜੀ ਨਸਲ ਦੀਆਂ ਮੱਝਾਂ ਨੇ? ਇਹ ਦਰਿਆਈ। ਦਰਿਆਈ ਜੀ। ਉੱਥੋਂ ਜਾ ਕੇ ਲਿਆਉਂਦੇ ਜੇ ਕਿ ਵਪਾਰੀਆਂ ਕੋਲੋਂ? ਨਹੀਂ, ਵਪਾਰੀਆਂ ਕੋਲ ਲੈਂਦੇ ਆ। ਵਪਾਰੀਆਂ ਕੋਲੋਂ ਕਿਸ਼ਤਾਂ 'ਤੇ ਲੈਂਦੇ ਹੋ ਜਾਂ ਮੁੱਲ? ਕਿਸ਼ਤਾਂ 'ਤੇ ਵੀ ਲੈਂਦੇ ਆ, ਅਤੇ ਉਹ ਮੁੱਲ ਵੀ ਲੈ ਲਈਆਂ। ਮੁੱਲ ਹੈ ਜਰਾ ਰਿਆਤ ਪਾਈ ਜਾਂਦੀਆਂ ਨੇ। ਠੀਕ ਹੈ। ਇਹ ਦੱਸੋ ਕਿ ਅੱਜ ਕੱਲ੍ਹ ਜਿਹੜੀ ਨਗਦਾਂ ਨੇ ਮੱਝ ਤਾਜ਼ੀ ਸੂਈ ਕਿੰਨੇ ਦੀ ਮਿਲ ਜਾਂਦੀ ਹੈ? ਅੱਛੀ 10-15 ਕਿਲੋ ਦੁੱਧ ਦੇਣ ਵਾਲੀ? ਉਹ ਮਿਲ ਜਾਂਦੀ ਕੋਈ 2 ਲੱਖ ਦੀ। ਤੇ ਕਿਸ਼ਤਾਂ ਤੇ ਲਈਏ ਤੇ ਫਿਰ ਉਹ 3-3.5 ਲੱਖ ਦੀ। 3-3.5 ਲੱਖ ਦੀ। ਅਗਰ ਕੋਈ ਨਵਾਂ ਦੋਸਤ ਕੰਮ ਸ਼ੁਰੂ ਕਰਨਾ ਚਾਹੇ ਤੇ ਉਹਨੂੰ ਕਿਸ ਕਿਸਮ ਦੇ ਜਾਨਵਰ ਲੈ ਕੇ ਸ਼ੁਰੂ ਕਰਨੇ ਚਾਹੀਦੇ ਨੇ ਤਾਂ ਕਿ ਉਹਨੂੰ ਮੁਨਾਫਾ ਅੱਛਾ ਹੋਏ? ਉਹ ਫਿਰ ਨਗਦ ਲੈ ਲੇ, ਉਹ ਚੰਗਾ। ਨਗਦ ਲੈ ਕੇ ਜਿਹੜਾ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲੇ। ਨਗਦ ਲੈ ਕੇ? ਜੀ, ਉਹ ਚੰਗਾ। ਮੱਝਾਂ ਲਵੇ ਵੱਡੀਆਂ ਖਾਂਗੜੀਆਂ ਜਾਂ ਤਾਜ਼ੀਆਂ ਸੂਈਆਂ ਜਾਂ ਫਿਰ ਪਹਿਲਾਂ ਝੋਟੀਆਂ ਦੇ ਸੂਣ ਵਾਲੀਆਂ? ਪਹਿਲਾਂ ਝੋਟੀਆਂ। ਹਾਂਜੀ। ਸੂਣ ਵਾਲੀ ਪਹਿਲਾਂ ਝੋਟੀ ਕਿੰਨੇ ਦੀ ਲੱਭ ਜਾਂਦੀ? ਉਹ ਲੱਭ ਜਾਂਦੀ ਹੈ ਕੋਈ 2 ਲੱਖ ਦੀ। 2 ਲੱਖ ਜੀ। ਤੇ ਕਿੰਨੇ ਜਾਨਵਰਾਂ ਤੋਂ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ ਕਿ ਕੰਮ ਸਹੀ ਰਹਿੰਦਾ? 4-5 ਹੋਣ ਤਾਂ ਫਿਰ ਇਹ ਆਪਣਾ ਸਰਕਟ ਜਿਹੜਾ ਨੂੰ ਪਿਆ ਚੱਲਦਾ, ਫਿਰ ਅਗਲਾ ਪਿਛਲਾ ਘਰ ਦਾ ਵੀ ਤੇ ਬਾਹਰ ਦਾ ਪਿਆ ਚੱਲਦਾ। ਠੀਕ ਹੈ। ਆਪਣੇ 50-60 ਜਾਨਵਰਾਂ 'ਚ ਤੁਹਾਨੂੰ ਕਿੰਨੇ ਕੁ ਝੋਟੇ ਰੱਖਣੇ ਪੈਂਦੇ ਨੇ? 2-3। 2-3 ਜੀ। ਕੰਮ ਚੱਲ ਜਾਂਦਾ? ਕੰਮ ਚੱਲ ਜਾਂਦਾ। ਇੱਕ ਨਾਲ ਨਹੀਂ ਚੱਲਦਾ? ਨਹੀਂ, ਇੱਕ ਥੋੜਾ ਹੁੰਦਾ? ਹਾਂਜੀ। ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਹੈ ਵੀ ਡੰਗਰ ਜ਼ਿਆਦਾ ਹੁੰਦੇ ਨੇ ਨਾ, ਇਸ ਵਾਸਤੇ। ਠੀਕ ਹੋ ਗਿਆ। ਅੱਛਾ, ਤੁਸੀਂ ਦੱਸਿਆ ਸੀ ਕਿ ਇਹਨਾਂ ਬੰਦਿਆਂ 'ਚ 8-10 ਬੰਦੇ ਹੋਣੇ ਚਾਹੀਦੇ ਨੇ। ਅੱਜ ਕੱਲ੍ਹ ਫੀ ਬੰਦੇ ਦੀ ਕਿੰਨੀ ਤਨਖਾਹ ਚੱਲਦੀ ਹੈ ਭਾਈ? 15,000, 16,000। 15-16 ਹਜ਼ਾਰ 'ਚ ਬੰਦਾ ਲੱਭ ਜਾਂਦਾ? ਇਸ ਤੋਂ ਇਲਾਵਾ ਕੋਈ ਹੋਰ ਪੈਸੇ ਤਾਂ ਨਹੀਂ ਲੈਂਦਾ ਉਹ? ਨਹੀਂ। ਸਿਰਫ ਜਾਨਵਰਾਂ ਨੂੰ ਕਦੀ ਮਸਲਾ ਮਸਾਇਲ ਪੇਸ਼ ਆਈਏ ਤਾਂ ਤੁਸੀਂ ਕੀ ਕਰਦੇ ਹੋ? ਆਪ ਹੀ ਇਲਾਜ ਕਰਦੇ ਹੋ ਜਾਂ ਡਾਕਟਰ ਨੂੰ ਬੁਲਾਉਂਦੇ ਹੋ? ਆਪ ਵੀ ਕਰ ਲਈਦਾ। ਮਿਰਚਾਂ, ਗੰਢੇ ਤੇ ਲੂਣ ਇਹ ਦੇ ਦੂਗਾ, ਆਪ ਹੀ ਇਲਾਜ ਕਰ ਲਿਆ। ਆਪ ਹੀ ਨਾ ਫਿਰ ਡਾਕਟਰ ਨੂੰ ਸੱਦ ਲਈਦਾ। ਕੋਈ ਟੀਕੇ ਸ਼ੀਕੇ ਆਪ ਹੀ ਲਿਆ ਕੇ ਲਾ ਲਈਦਾ। ਮਿਰਚਾਂ ਲੂਣ? ਹਾਂਜੀ। ਦਾਦਰ ਫਰਦਰ ਮਿਰਚਾਂ ਜਿਹੜੀਆਂ ਜ਼ਹਿਰ ਹੋਇਆ ਹੋਇਆ ਤੇ ਦਾਦਰ ਫਰਦਰ ਮਿਰਚਾਂ ਤੋਂ ਸਹੀ ਜਾਂਦਾ। ਠੀਕ ਹੈ। ਤੇ ਕਿਸ ਸੂਰਤ 'ਚ ਡਾਕਟਰ ਨੂੰ ਬੁਲਾਉਣਾ ਪੈਂਦਾ? ਜਦੋਂ ਬਹੁਤੀ ਠੀਕ ਨਾ ਰਹੇ, ਆਪਣੇ ਤੋਂ ਓਵਰ ਹੋਈਏ
ਤੇ ਇਹ ਖਰਚਾ ਕੱਢ ਕੇ ਫਿਰ ਇਹ ਕੰਮ ਨਫਾ ਬਖਸ਼ੇ ਨੁਕਸਾਨ ਦੇ? ਨਹੀਂ, ਨਫਾ ਹੀ ਹੁੰਦਾ ਜਦੋਂ ਡੰਗਰ ਸੈੱਟ ਰਹੇ ਫਿਰ ਨਫਾ ਹੀ ਨਫਾ। ਠੀਕ ਹੈ। ਕਿਉਂ ਦੁੱਧ ਪੇ ਦਿੰਦੇ ਨੇ। ਬਾਅਦ ਜਾਨਵਰ ਜਿਹੜੇ ਨੇ ਸੂਣ ਤੋਂ ਪਹਿਲੇ ਪਿੱਛਾ ਕੱਢਣ ਲੱਗ ਪੈਂਦੇ ਨੇ ਜੀ, ਉਹਦਾ ਕੀ ਦੇਸੀ ਤਰੀਕਾ ਇਸਤੇਮਾਲ ਕਰਦੇ ਜਾਂ ਟੀਕੇ ਲਵਾਉਂਦੇ ਆ? ਟੀਕੇ ਲਵਾਉਂਦੇ ਆ ਵੀ। ਦੇਸੀ ਕੋਈ ਨਹੀਂ? ਉਹਦਾ ਕੋਈ ਨਹੀਂ। ਠੀਕ ਹੈ। ਮੱਝ ਜਾਨਵਰ ਜਾਂ ਗਾਂ ਘੱਟ ਸੂਪੇ ਤੇ ਉਹਦਾ ਫਿਰ ਕੀ ਕਰਦੇ? ਉਹਦਾ ਕੱਖ ਵੀ ਨਾ, ਫਿਰ ਜਾ ਸ਼ਾਹ ਨੂੰ ਦੁੱਧ ਛੋੜ ਛੱਡੀ ਦਾ ਤਾਂ ਫਿਰ ਆਪਣਾ ਸੈੱਟ ਹੋ ਪੈਂਦਾ। ਤੇ ਗਾਂ ਨੂੰ 4 ਦਿਨ ਗੁੜ ਛੋੜ ਦਈਏ ਫਿਰ ਅਟਾਂ ਛਟਾਂ ਟਾਈਮ ਦਾ ਛੋੜ ਲੈਂਦੀ ਹੈ। ਠੀਕ ਹੈ। ਦੁੱਧ ਸਹੀ ਦਿੰਦਾ ਪੈਂਦੀ। ਇੰਨੇ ਜਾਨਵਰਾਂ 'ਚ ਸਾਲ ਦੇ ਤੁਹਾਨੂੰ ਕਿੰਨੇ ਕੱਟੀਆਂ ਤੇ ਹਾਸਲ ਹੋ ਜਾਂਦੇ ਨੇ? ਬਥੇਰੇ ਹੋ ਜਾਂਦੇ ਨੇ, ਕੋਈ ਹੋ ਜਾਂਦੇ 60 70, ਕਈ ਮਰ ਜਾਂਦੇ ਨੇ, ਕਈ ਬਚ ਜਾਂਦੇ ਨੇ। ਮਰਦੇ ਕਿੰਨੇ ਤੇ ਬਚਦੇ ਕਿੰਨੇ? ਮਰਦੇ ਬਥੇਰੇ ਨੇ ਤੇ ਬਚਦੇ ਬਥੇਰੇ ਨੇ। ਹੁਣ ਹਿਸਾਬ ਹੀ ਮਰਦੇ ਕਿਉਂ? ਮਰਦੇ ਕਿ ਕੋਈ ਦੁੱਧ ਬਹੁਤਾ ਪੀ ਲੈਂਦਾ, ਕੋਈ ਪਾਣੀ ਛਾਣੀ ਪੀ ਲੈਂਦਾ ਖੁੱਲ੍ਹ ਕੇ। ਅੱਛਾ। ਤੇ ਪਾਣੀ ਛਾਣੀ ਪੀ ਲੈ ਤੇ ਫਿਰ ਉਹ ਆਫਰ ਜਾਂਦਾ, ਮਰ ਜਾਂਦਾ ਉਹਦਾ ਜਾ। ਠੀਕ ਹੋ ਗਿਆ। ਅੱਛਾ ਬਾਈ, ਇਹ ਦੱਸੋ ਕਿ ਜਿਹੜੇ ਤੁਹਾਡੇ ਕੱਟੀਆਂ ਕੱਟੇ ਫਸਲ ਤੋਂ ਬਚ ਜਾਂਦੇ ਨੇ ਤੇ ਉਹ ਕਿਸ ਉਮਰ ਦੇ ਕਰਕੇ ਵੇਚਣੇ ਚਾਹੀਦੇ ਨੇ ਕਿ ਠੀਕ ਮੁਨਾਫਾ ਹੋਏ? ਵੇਚਣੇ ਭਾਵੇਂ ਛੋਟੇ ਵੇਚ ਲਓ। ਪੱਠਿਆਂ ਵਾਲੇ ਬੰਦੇ ਜਿਹੜੇ ਪੱਠੇ ਪਾ ਸਕਦੇ ਉਹਦੇ ਨਹੀਂ ਵੇਚ ਦਿਵਾਂਦੇ, ਜਵਾਨ ਕਰ ਲਈ ਚਲੋ ਮਈਆਂ ਬਣ ਜਾਣਗੀਆਂ। ਠੀਕ ਹੈ। ਤੇ ਜਿਹੜੇ ਡੰਗਰ ਦੇ ਆਦਾਂ ਦੇ ਆਉਂਦੇ ਚਲੋ ਵੇਚ ਛੜੋ, ਮਈਆਂ ਪਾ ਲੈਂਦੇ ਹੋਰ। ਠੀਕ ਹੈ। ਇਸ ਕੰਮ ਦੇ ਵਿੱਚ ਮਸਲੇ ਮਸਾਇਲ ਕਿਹੜੇ ਪੇਸ਼ ਆਉਂਦੇ ਨੇ? ਬੇਸਾਬੇ ਨੇ ਕੋਈ 2-4 ਜਿਹੜੇ ਖਾਸ ਨੇ ਉਹ ਦੱਸੋ। ਨਾ ਤਾਂ ਬੰਦਾ ਕਿਤੇ ਜਾ ਸਕਦਾ। ਠੀਕ ਹੈ। ਕਿਉਂ? ਇਹ ਕੰਮ ਹੀ ਇੰਝ ਦਾ ਦਿਨ ਭਰ ਰਾਤ ਜਿਹੜਾ ਨਹੀਂ ਇਹ ਕੰਮ ਹੈ। ਅਸੀਂ ਹੁਣ ਇੱਥੇ ਡੰਗਰ ਬੰਦੇ ਦਿਨ ਭਰ ਰਾਤ ਇੱਥੇ ਰਹਿੰਦੇ ਆ। ਠੀਕ ਹੈ। 3-4 ਬੰਦੇ ਇੱਥੇ ਜ਼ਰੂਰ ਰਹਿੰਦੇ ਆ ਡੇਰੇ ਦੇ। ਕਿਉਂ? ਰਾਤ ਨੂੰ ਕੋਈ ਡੰਗਰ ਖੋਲ ਜੇ, ਕੋਈ ਮਰਨਾ ਸ਼ਰਨਾ ਇਹ ਨਹੀਂ ਜਾ ਸਕਦੇ। ਠੀਕ ਹੈ। ਬੜਾ ਵੱਡਾ ਮਸਲਾ ਹੈ। ਹਾਂਜੀ, ਕੋਈ ਵਿਆਹ ਸ਼ਾਦੀ ਆਈ ਤਾਂ ਅਸੀਂ ਨਹੀਂ ਹਿੱਲ ਸਕਦੇ ਇੱਥੋਂ। ਕਿਉਂ? ਡੰਗਰਾਂ ਤੁਹਾਨੂੰ ਪਤਾ ਫਿਰ ਡੰਗਰਾਂ ਨਾਲ ਡੰਗਰ ਬਣ ਕੇ ਰਹਿਣਾ ਪੈਂਦਾ। ਠੀਕ ਹੈ। ਇੱਥੇ ਤੁਸੀਂ ਆਪ ਹੀ ਕੰਮ ਕਰਦੇ ਜਾਂ ਲੇਬਰ ਵੀ ਰੱਖੀ ਹੈ, ਮਜ਼ਦੂਰ ਵੀ ਰੱਖੀ? ਨਹੀਂ, ਆਪੀਆਂ ਸਾਰੇ ਚਾਚੇ ਬਾਬੇ ਚੋਂ। ਯਾਨੀ ਤੁਹਾਨੂੰ ਲੇਬਰ ਦੇ ਮਸਾਲੇ ਦਾ ਸਾਹਮਣਾ ਨਹੀਂ ਹੈ? ਉਹ ਕੋਈ ਨਹੀਂ। ਡਾਕਟਰ ਮਿਲ ਜਾਂਦਾ ਟਾਈਮ ਤੇ? ਹਾਂਜੀ, ਜਦੋਂ ਫੋਨ ਕਰਨਾ ਉਦੋਂ ਆ ਜਾਣਾ ਉਹਨੇ। ਦੁੱਧ ਦੀ ਸੇਲ ਦਾ ਤੇ ਕੋਈ ਮਸਲਾ ਨਹੀਂ? ਨਹੀਂ, ਦੁੱਧ ਦੀ ਸੇਲ ਦਾ ਕੋਈ ਮਸਲਾ ਨਹੀਂ, ਸ਼ੁਕਰ ਅਲਹਮਦੁਲਿਲਾ। ਜਦੋਂ ਦੁੱਧ ਬਹੁਤ ਜ਼ਿਆਦਾ ਹੁੰਦਾ ਹੈ ਉਹਨਾਂ ਦਿਨਾਂ 'ਚ ਵੀ ਸੇਲ ਹੋ ਜਾਂਦਾ? ਜੀ, ਸਿਆਲ ਜਾ ਕੇ ਥੋੜ੍ਹਾ ਤੰਗੀ ਹੁੰਦੀ ਹੈ। ਕਿਉਂ? ਲੋਕੀ ਲੱਸੀ ਲੂਸੀ ਨਹੀਂ ਪੀਂਦੇ। ਉਦੋਂ ਫਿਰ ਕੀ ਕਰਦੇ ਹੋ? ਉਦੋਂ ਕੱਖ ਵੀ ਨਾ, ਫਿਰ ਦੁਕਾਨਾਂ ਨੂੰ ਦੁੱਧ ਛੜੀ ਦਾ ਘਾਟਾ ਵਾਧਾ ਕਰਕੇ ਤੁਹਾਡੇ ਕੋਲ ਦੁੱਧ ਆਇਆ, ਉਹਦੇ ਕੋਲ ਦੁੱਧ ਆਇਆ, 3-4 ਦੁਕਾਨਾਂ ਥੋੜ੍ਹਾ ਦੁੱਧ ਆਈਦਾ। ਠੀਕ ਹੈ। ਯਾਨੀ ਉਹ ਦਿਨਾਂ 'ਚ ਫਿਰ ਘਾਟਾ ਪੈਂਦਾ? ਹਾਂਜੀ। ਅੱਛਾ ਬਾਈ, ਇਹ ਦੱਸੋ ਕਿ ਤੁਸੀਂ ਖੁੱਲ੍ਹੇ ਸਮਾਨ ਤਲੇ ਰੱਖੇ ਨੇ, ਤੁਹਾਡੇ ਖਿਆਲ 'ਚ ਜਾਨਵਰ ਨੂੰ ਖੁੱਲ੍ਹੇ ਸਮਾਨ ਤਲੇ ਰੱਖਣਾ ਬਿਹਤਰ ਰਹਿੰਦਾ ਜਾਂ ਉਹਨੂੰ ਢਾਰਿਆਂ 'ਚ ਬੰਨ੍ਹ ਕੇ ਰੱਖਣਾ ਬਿਹਤਰ ਰਹਿੰਦਾ? ਗਰਮੀਆਂ 'ਚ 9-10 ਵਜੇ ਨਾਲ ਛਾਵੇਂ ਬੰਦਾ ਬੰਨ੍ਹ ਛੜੇ, ਪਾਣੀ ਛਾਣੀ ਡਾਹ ਕੇ ਨਵਾ ਕੇ ਮਈਆਂ ਨੂੰ ਤੇ ਸੈੱਟ ਰਹਿੰਦਾ। ਤੇ ਸਿਆਲ 'ਚ ਅੰਦਰ ਬੰਨ੍ਹਣਾ ਚਾਹੀਦਾ। ਸ਼ੈੱਡ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਕੱਚਾ ਹੋਣਾ ਚਾਹੀਦਾ ਕਿ ਪੱਕਾ? ਪੱਕਾ, ਲੈਂਟਰ ਪਿਆ ਜਿਹੜਾ ਚੋਏ ਨਾ। ਤੁਸੀਂ ਕੁਛ ਗਾਈਆਂ ਵੀ ਰੱਖੀਆਂ ਨੇ, ਮੱਝਾਂ ਜ਼ਿਆਦਾ ਰੱਖੀਆਂ ਨੇ ਜੀ, ਤੇ ਤੁਹਾਡੇ ਖਿਆਲ 'ਚ ਮੱਝਾਂ 'ਚ ਬਹੁਤਾ ਫਾਇਦਾ ਜਾਂ ਗਾਈਆਂ 'ਚ? ਗਾਈਆਂ 'ਚ। ਤੇ ਤੁਸੀਂ ਮੱਝਾਂ ਬਹੁਤੀਆਂ ਕਿਉਂ ਰੱਖੀਆਂ ਨੇ? ਮਈਆਂ ਇਸ ਵਾਸਤੇ ਰੱਖੀਆਂ ਨੇ, ਇਹਨਾਂ ਦੁੱਧ ਮਹਿੰਗਾ ਵਿਕਦਾ, ਗਾਈਆਂ ਦੁੱਧ ਰਿਆਤ ਵਿਕਦਾ। ਫਿਰ ਫਾਇਦਾ ਤਾਂ ਮੱਝਾਂ 'ਚ ਹੈ? ਨਹੀਂ, ਇਹਨਾਂ ਜਾ ਛੇਤੀ ਭਲ ਜਾਂਦੇ ਇਹਨਾਂ ਗਾਈਆਂ ਦੇ। ਅੱਛਾ ਜੀ। ਤੇ ਫਿਰ ਜ਼ਿਆਦਾ ਗਾਈਆਂ ਰੱਖਣੀਆਂ ਚਾਹੀਦੀਆਂ? ਗਾਈਆਂ ਦੇ ਜਿਹੜੇ ਨਹੀਂ ਛੇਤੀ ਭਲ ਜਾਂਦੇ ਜਾ। ਠੀਕ ਹੈ। ਇੱਕ ਮੱਝ ਰੋਜ਼ਾਨਾ ਦਾ ਕਿੰਨਾ ਖਰਚਾ ਆ ਜਾਂਦਾ ਮੱਝ ਜਾਂ ਗਾਂ 'ਚ ਪੱਠੇ ਪੁੱਠੇ ਵੰਡਾ ਪਾ ਕੇ? 600-700 ਰੁਪਏ ਆ ਜਾਂਦਾ ਇੱਕ ਮਹੀਂ ਦਾ। ਤੇ ਉਹ 'ਚ ਲੱਭਦਾ ਕੀ ਹੈ ਫਿਰ? ਉਹਦੇ ਵਿੱਚ ਲੱਭ ਜਾਂਦਾ ਜੇ ਕੋਈ 300-400 ਰੁਪਏ ਸਾਨੂੰ ਪਿਆ ਲੱਭਦਾ ਵਿੱਚੋਂ। ਯਾਨੀ ਇੱਕ ਜਾਨਵਰ ਤੁਹਾਡਾ ਰੋਜ਼ਾਨਾ ਦਾ 300-400 ਬਚਤ ਕਰਦਾ ਜੀ। ਤੇ ਜਿਹੜੇ ਦਿਨਾਂ 'ਚ ਜਾਨਵਰ ਦੁੱਧ ਨਹੀਂ ਦਿੰਦਾ ਉਸ ਦਿਨ ਉਹ ਸ਼ਾਮਲ ਕਰ ਲਈਏ ਤੇ ਫਿਰ ਇਹ ਕੰਮ ਕਿਸ ਤਰ੍ਹਾਂ ਮੁਨਾਫਾ ਬਖਸ਼ੇ? ਫਿਰ ਇੰਝ ਹੀ ਇੱਕ ਡੰਗਰ ਹੁਣ ਵਿੱਚ ਤਾਜ਼ੇ ਸੂਏ ਨੇ, ਵਿੱਚ ਸੁੱਕੀਆਂ ਨੇ, ਸੂਣ ਵਾਲੀਆਂ ਨੇ, ਇੰਝ ਫਿਰ ਪਿਆਜ਼ ਚੱਲਦਾ। ਕਈ ਡੰਗਰ ਵੇਚ ਕੇ ਫਿਰ ਤਾਜ਼ੇ ਪਾ ਲੈਂਦੇ ਆ। ਠੀਕ ਹੈ। ਜਿਹੜਾ ਸੁੱਕ ਜਾਣਾ ਉਹਨੂੰ ਵੇਚ ਛੱਡਣਾ, ਕੋਈ ਫਿਰ ਨਵਾਂ ਲੈ ਆਉਣਾ ਤਾਜ਼ਾ। ਠੀਕ ਹੈ। ਚੰਗੀ ਮੱਝ ਦੀ ਕਿਸ ਤਰ੍ਹਾਂ ਪਛਾਣ ਕਰੀਦੀ ਕਿ ਇਹ ਮੱਝ ਚੰਗੀ ਹੈ? ਕਿੰਨੀ ਪਤਾ ਚੱਲਦਾ? ਮੂੰਹ ਹੀ ਪਤਾ ਲੱਗਦਾ ਇਹਦੇ ਤੋਂ, ਜੇ ਹੁਣ ਸਿੰਘ 'ਚ ਸਾਹਮਣੇ ਇਹ ਵਾਲੀ ਜੀ। ਤੇ ਇਹ ਕਿਸ ਤਰ੍ਹਾਂ ਤੁਹਾਨੂੰ ਪਤਾ? ਇਹ ਕੱਟੀ ਇਹ ਦੂਸਰੇ ਸੂਏ ਵੇ। ਠੀਕ ਹੈ। ਤੇ ਸੋਹਣੀ ਲੱਗਦੀ, ਖਲੋਤੀ ਸੋਹਣੀ ਲੱਗਦੀ, ਪੈਰ ਵੀ ਸੋਹਣੇ ਨੇ, ਉੱਤੋਂ ਵੀ ਮੱਥਾ ਵੀ ਸੋਹਣਾ ਇਹਦਾ, ਤੇ ਸਿੰਘ ਵੀ ਕੁੰਡਲੇ ਹੋਏ ਨੇ ਵੇਖਿਆ। ਠੀਕ ਹੈ। ਇਹ ਕਿਹੜੀ ਨਸਲ ਦੀ ਹੈ? ਇਹ ਦਰਿਆਈ ਮੱਝ? ਹਾਂਜੀ। ਯਾਨੀ ਸੁਤਲੇਜ ਸਾਈਡ ਤੋਂ ਆਈ? ਹਾਂਜੀ। ਠੀਕ ਹੋ ਗਿਆ। ਮੈਂ ਤੁਹਾਨੂੰ ਕਾਫੀ ਚੀਜ਼ਾਂ ਪੁੱਛੀਆਂ, ਕੋਈ ਗੱਲ ਆਪਣੀ ਤਰਫੋਂ ਦੱਸੋ ਜਿਹੜੀ ਮੱਝਾਂ ਪਾਲਣ ਵਾਲੇ ਜਾਂ ਗਾਈਆਂ ਪਾਲਣ ਵਾਲਿਆਂ ਨੂੰ ਫਾਇਦਾ ਦੇ, ਕੋਈ ਗੌਰ ਦੀ ਗੱਲ ਜਿਹੜੀ ਤੁਸੀਂ ਆਪਣੇ ਤਜਰਬੇ 'ਚ ਸਿੱਖੀ ਹੈ, ਆਪਣੀ ਤਰਫੋਂ ਦੱਸੋ। ਜਾ ਪਾਲੇ ਉਹ ਸਾਰਿਆਂ ਨੂੰ ਬਿਹਤਰ ਨੇ। ਜਾ ਪਾ ਕੇ, ਗਾਈਆਂ ਪਾ ਕੇ, ਇੱਕ ਵੱਛਾ ਪਾਲੇ ਵਿੱਚ, ਕੱਟੀਆਂ ਪਾ ਕੇ ਤੇ ਇੱਕ ਕੱਟਾ ਪਾਲੇ ਨਾਲ, ਤੇ ਉਹ ਬਿਹਤਰ ਰਹੇਗਾ। ਕਿਉਂ? ਇੰਝ ਖਰਚਾ ਹੀ ਬੜਾ ਆ ਜਾਂਦਾ ਇਹਨਾਂ ਦੇ, 2-3 ਲੱਖ ਦੀ ਮਹੀਂ ਲੈ ਕੇ। ਠੀਕ ਹੈ। ਤੇ ਉਹ ਜਿਹੜਾ ਨਾ ਅਸੀਂ ਹੁਣ ਮਾਰ ਖਾਂਦੇ ਆ ਇਹਨਾਂ ਦੀ, ਸਾਨੂੰ ਪਤਾ ਇਹਦੇ ਕਿਸ ਤਰ੍ਹਾਂ ਪੈਸੇ ਲਾਣੇ ਨੇ, ਕੀ ਕਰਨਾ, ਕੀ ਹਿਸਾਬ ਕਿਤਾਬ ਹੈ, ਅਸੀਂ ਇਹ ਕਰ ਸਕਦੇ ਹਾਂ। ਤੇ ਜਿਹੜਾ ਨਵਾਂ ਬੰਦਾ ਉਹਦੇ ਵਾਸਤੇ ਜਿਹੜੀ ਨਹੀਂ ਇੱਕ ਵਾਰੀ ਖਿੱਚ ਪੈਂਦੀ ਉਹਦੇ ਦਿਲ ਨੂੰ, ਮੈਂ ਕੀ ਕਰਾਂਗਾ ਕੀ ਨਾ ਕਰਾਂਗਾ, ਨਿਰਪਈਏ ਮੈਂ ਕਿੱਥੋਂ ਦਾਂਗਾ, ਉਹਦੇ ਵਾਸਤੇ ਮੁਸ਼ਕਲ ਹੋ ਜਾਂਦੀ ਹੈ। ਸਹੀ ਹੈ। ਜਾਨਵਰਾਂ ਵਾਸਤੇ, ਇੰਨੇ ਜਾਨਵਰਾਂ ਵਾਸਤੇ ਕਿੰਨੇ ਕੁ ਪੱਠੇ ਤੁਸੀਂ ਲਈਦੇ ਹੋ? ਪੱਠੇ ਮੁੱਲ ਲੈਂਦੇ ਹੋ? ਪੱਠੇ ਬੜੇ ਲਈਦੇ, ਮੁੱਲ ਕੋਈ 4-5 ਕਿੱਲੇ ਲਈਦੇ ਜੇ।
ਕਿੰਨੇ ਟਾਈਮ 'ਚ? ਇਹ ਕੋ ਹਫਤਾ ਡੇਢ ਹੀ ਕੱਢ ਦਿੰਦੇ ਨੇ। ਯਾਨੀ ਇੱਕ ਸੀਜ਼ਨ 'ਚ ਕਿੰਨੇ ਕਿੱਲੇ ਲੱਗ ਜਾਂਦੇ ਨੇ? ਬੜੇ ਕੋਈ ਹਿਸਾਬ ਹੀ ਨਹੀਂ ਜੇ। ਵਾਹ ਬਾਈ, ਬੜੇ ਕਿੱਲੇ 4 ਕਿੱਲੇ 4-5 ਕਿੱਲੇ ਜਿਹੜੇ ਲਾ ਚਾਰ ਛੜੀ ਦੇ। ਤੁਸੀਂ ਇਹਨਾਂ ਨੂੰ ਪੱਠਿਆਂ ਤੇ ਪਾਲਦੇ ਹੋ ਜਾਂ ਚਾਰਨ ਵੀ ਨਾਲ ਹੀ? ਨਹੀਂ, ਪੱਠੇ ਲੈ ਕੇ ਤੁਸੀਂ ਵਿੱਚ ਛੱਡ ਦਿੰਦੇ ਆ, ਵੱਢ ਅਸੀਂ ਨਹੀਂ ਸਕਦੇ। ਵੱਢ ਕੇ ਬਸ ਉਹਨੇ ਕਿ ਲਿਆਉਂਦੇ ਜਾਂ ਪਹਾੜਾ ਛੱਡ ਡੰਗਰਾਂ ਨੂੰ ਪਾਈਏ, ਝੋਸ਼ ਲਈਏ। ਯਾਨੀ ਪੱਠੇ ਲੈ ਕੇ ਉਹਨਾਂ 'ਚ ਛੱਡ ਉਹਨੇ ਛੱਡ ਦੇਣੇ ਨੇ। ਚਰੀ ਲਈ ਉਹ ਉਹਦੇ 'ਚ ਛੱਡ ਦੇਣੀ ਹੈ। ਜੇ ਅੱਜ ਕੱਲ੍ਹ ਕੀ ਰੇਟ ਹੈ ਕਿੱਲੇ ਦਾ? 5000 ਤੋਂ ਕਨਾਲ ਵੀ ਕੰਡੇ ਹੀ ਚਰੀ। ਠੀਕ ਹੈ। ਕਨਾਲ ਤੇ ਅੱਗੋਂ ਆਪੀ ਹਿਸਾਬ ਕਰ ਲਓ ਜੀ। ਇਹ ਖਲੋਤੀ ਚਰੀ ਖਰਾਬ ਨਹੀਂ ਕਰਦੇ? ਪੰਜ ਛੱਡ ਦਿੰਦੇ ਟਾਂਡੇ ਵਿੱਚ, ਖਾਹੜ ਦੀਆਂ ਵਿੱਚ ਪੰਜ ਛੱਡਦੀਆਂ ਨੇ। ਉਹਦਾ ਨੁਕਸਾਨ ਨਹੀਂ ਹੁੰਦਾ? ਹੁੰਦਾ ਹੈ, ਬਸ ਕੀ ਹੈ ਜੀ, ਦੁੱਧ ਸ਼ੁੱਧ ਸਾਡਾ ਆਪਣਾ ਘਰ, ਦੁਕਾਨਾਂ ਨੇ ਆਪਣੀਆਂ ਸ਼ਹਿਰ, ਤੇ ਸਾਨੂੰ ਫਾਇਦਾ ਪਿਆ ਹੁੰਦਾ ਵਿੱਚ। ਠੀਕ, ਯਾਨੀ ਤੁਸੀਂ ਸ਼ਹਿਰ ਖੁਦ ਦੁੱਧ ਸੇਲ ਕਰਦੇ ਜੀ। ਕਿਆ ਤੁਸੀਂ ਮਸ਼ਵਰਾ ਦੇਵੋਗੇ ਕਿ ਬੰਦੇ ਨੂੰ ਆਪਣਾ ਦੁੱਧ ਆਪਣੀ ਦੁਕਾਨ 'ਤੇ ਸੇਲ ਕਰਨਾ ਚਾਹੀਦਾ ਜਾਂ ਦੋਧੀਆਂ ਦੇਣਾ ਚਾਹੀਦਾ? ਦੋਵੇਂ ਕੰਮ ਕਰ ਲੈ, ਦੁੱਧ ਹੀ ਚੰਗਾ ਪਾਈਏ ਤੇ ਫੇਰ ਤੇ ਠੀਕ ਹੈ, ਨਾ ਪਏ ਫਿਰ ਆਪਣੀ ਦੁਕਾਨ ਹੋਏ ਤੇ ਉਹ ਸਾਰਿਆਂ ਨੂੰ ਚੰਗਾ, ਜਾਂ ਸਪਲਾਈ ਘਰਾਂ 'ਚ ਕਰ ਲਿਓ ਸਾਰਿਆਂ ਨੂੰ ਚੰਗੀ। ਜ਼ਬਰਦਸਤ। ਤੇ ਕੀ ਰੇਟ ਮਿਲ ਜਾਂਦਾ ਅੱਜ ਕੱਲ੍ਹ? ਰੇਟ ਜਿਹੜਾ ਗਾਈਆਂ ਦਾ ਉਹ ਵਿਕਦਾ 80 ਰੁਪਏ ਦੁਕਾਨ ਦੇ, ਪਿੱਛੋਂ ਦੇਣੀਆਂ 60 ਰੁਪਏ ਵੇ ਚਵਾਨੇ ਪਿੰਡਾਂ 'ਚੋਂ। ਠੀਕ ਹੈ। ਤੇ ਮਈਆਂ ਦੁੱਧ 100 ਰੁਪਏ 80 ਰੁਪਏ ਪਿੱਛੋਂ ਚਵਾਨੇ ਆਵੇ ਤੇ 120 ਅੱਗੇ ਦੁਕਾਨਾਂ ਦੇ। ਮਾਸ਼ਾਅੱਲਾ, ਜ਼ਬਰਦਸਤ। ਕਰਾਂਗੇ ਸਪਲਾਈ ਕਰਨ। ਬਹੁਤ ਸ਼ੁਕਰੀਆ, ਤੁਸੀਂ ਬੜੀ ਮਫੀਦ ਗੁਫ਼ਤਗੂ ਕੀਤੀ ਹੈ, ਤੁਹਾਡਾ ਬਹੁਤ ਸ਼ੁਕਰੀਆ।